स्टूडेंट्स जो साडा अज दा टॉपिक है वो है अपने स्कूल दे प्रिंसीपल नूं चाचा जी दे विआह विच शामिल होण लई छुट्टी लैण संबंधी विनय पत्र लिखो। जिस तरह ਅਸੀਂ ਲਾਸਟ ਟਾਈਮ ਪ੍ਰਿੰਸੀਪਲ ਨੂੰ ਸੈਕਸ਼ਨ ਬਦਲਣ ਵਾਸਤੇ ਪੱਤਰ ਲਿਖਣਾ ਸਿੱਖਿਆ ਸੀ, ਇਸ ਵਾਰ ਪੱਤਰ ਤਾਂ ਅਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਹੀ ਲਿਖ ਰਹੇ ਹਾਂ, ਲੇਕਿਨ ਕਾਰਨ ਡਿਫਰੈਂਟ ਹੈ, ਚੇਂਜ ਹੈ। ਇਸ ਵਿੱਚ ਚਾਚਾ ਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਲੈਣ ਲਈ ਪੱਤਰ ਲਿਖ ਰਹੇ ਹਾਂ, ਠੀਕ ਹੈ। ਫਾਰਮੈਟ ਸੇਮ ਹੋਏਗਾ, ਲੇਕਿਨ ਜੋ ਮੱਧ ਭਾਗ ਦੇ ਵਿੱਚ ਕਾਰਨ ਹੈ ਛੁੱਟੀ ਲੈਣ ਦਾ ਉਹ ਇਹ ਹੋਏਗਾ ਜੋ ਕਿ ਉੱਪਰ ਸਿਚੁਏਸ਼ਨ ਵਿੱਚ ਦਿੱਤਾ ਹੋਇਆ ਹੈ। ਹੁਣ ਬੇਟੇ ਇੱਥੇ ਸਿਚੁਏਸ਼ਨ ਵਿੱਚ ਇੱਕ ਡਿਫਰੈਂਸ ਕੀ ਹੈ ਕਿ ਲਾਸਟ ਟਾਈਮ ਸ਼ਾਇਦ ਬੱਚੇ ਦਾ ਨੇਮ, ਜਮਾਤ ਤੇ ਕਿਹੜਾ ਸਕੂਲ ਹੈ ਕਿ ਫਿਕਸ ਸਕੂਲ ਦਾ ਨੇਮ ਦਿੱਤਾ ਹੋਇਆ ਸੀ, ਸ਼ਹਿਰ ਦਾ ਨਾਮ ਦਿੱਤਾ ਹੋਇਆ ਸੀ। ਪਰ ਇਸ ਵਾਰ ਸਿਚੁਏਸ਼ਨ ਦੇ ਵਿੱਚ ਸਿੰਪਲ ਲਿਖਿਆ ਹੋਇਆ ਕਿ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਚਾਚਾ ਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਲੈਣ ਸੰਬੰਧੀ ਬਿਨੈ ਪੱਤਰ ਲਿਖੋ। ਜੇਕਰ ਸਿਚੁਏਸ਼ਨ ਵਿੱਚ ਇੱਕ ਪਾਰਟਿਕੂਲਰ ਬੱਚੇ ਦਾ ਜਾਂ ਸਕੂਲ ਦਾ ਨੇਮ ਲਿਖਿਆ ਹੋਇਆ ਹੈ ਤਾਂ ਅਸੀਂ ਪੱਤਰ ਵਿੱਚ ਉਸੇ ਬੱਚੇ ਦਾ ਨਾਮ, ਉਸੇ ਸਕੂਲ ਦਾ ਨਾਮ ਮੈਂਸ਼ਨ ਕਰਨਾ ਹੈ। ਜੇਕਰ ਸਿਚੁਏਸ਼ਨ ਵਿੱਚ ਕੁਝ ਵੀ ਇਸ ਤਰ੍ਹਾਂ ਨਹੀਂ ਦਿੱਤਾ ਹੋਇਆ ਤਾਂ ਤੁਸੀਂ ਆਪਣੇ ਸਕੂਲ ਦਾ ਨਾਮ ਆਪਣਾ ਨਾਮ ਵਿੱਚ ਲਿਖ ਸਕਦੇ ਹੋ, ਠੀਕ ਹੈ। ਫਾਰਮੈਟ ਸੇਮ ਰਹੇਗਾ। ਸਭ ਤੋਂ ਪਹਿਲਾਂ ਉੱਪਰ ਖੱਬੇ ਪਾਸੇ ਲੈਫਟ ਸਾਈਡ ਤੇ ਸਟਾਰਟਿੰਗ ਵਿੱਚ ਲਿਖਾਂਗੇ ਸੇਵਾ ਵਿਖੇ, ਠੀਕ ਹੈ। ਠੀਕ ਉਸਦੇ ਨੀਚੇ ਨੈਕਸਟ ਲਾਈਨ ਦੇ ਵਿੱਚ ਇਹ ਪੱਤਰ ਕਿਸ ਨੂੰ ਲਿਖ ਰਹੇ ਹਾਂ, ਉਹਦੇ ਉੱਪਰ ਕੌਣ ਬੈਠਾ ਹੈ, ਪ੍ਰਿੰਸੀਪਲ, ਤੇ ਇੱਥੇ ਪ੍ਰਿੰਸੀਪਲ ਸਾਹਿਬਾ ਲਿਖ ਰਹੇ ਹਾਂ। ਜੇਕਰ ਮੇਲ ਪ੍ਰਿੰਸੀਪਲ ਹੈ ਤਾਂ ਪ੍ਰਿੰਸੀਪਲ ਸਾਹਿਬ, ਜੇਕਰ ਫੀਮੇਲ ਪ੍ਰਿੰਸੀਪਲ ਹੈ ਤਾਂ ਪ੍ਰਿੰਸੀਪਲ ਸਾਹਿਬਾ ਲਿਖਾਂਗੇ। ਠੀਕ ਇਸ ਦੇ ਨੀਚੇ ਨੈਕਸਟ ਲਾਈਨ ਦੇ ਵਿੱਚ ਸਕੂਲ ਦਾ ਨਾਮ ਆਏਗਾ ਸਵਾਮੀ ਸੰਤ ਦਾਸ ਪਬਲਿਕ ਸਕੂਲ। ਬੇਟੇ ਸਪੈਲਿੰਗ ਦੇਖੋ, ਅਸੀਂ ਸਵਾਮੀ ਵਿੱਚ ਐੜਾ ਲਿਖਿਆ ਹੋਇਆ ਹੈ, ਤੁਸੀਂ ਵਾਵੇ ਨਾਲ ਸਵਾਮੀ ਨਹੀਂ ਲਿਖਣਾ। ਸੱਸੇ ਨੂੰ ਔਂਕੜ, ਐੜੇ ਨੂੰ ਕੰਨਾ, ਮੰਮੇ ਨੂੰ ਬਿਹਾਰੀ ਸਵਾਮੀ ਲਿਖਣਾ ਹੈ। ਸਵਾਮੀ ਸੰਤ ਦਾਸ ਪਬਲਿਕ ਸਕੂਲ। ਠੀਕ ਇਸ ਦੇ ਨੀਚੇ ਨੈਕਸਟ ਲਾਈਨ ਦੇ ਵਿੱਚ ਬੇਟੇ ਚੈੱਕ ਯਰ ਮਾਈਕ। ਨੈਕਸਟ ਲਾਈਨ ਦੇ ਵਿੱਚ ਸ਼ਹਿਰ ਦਾ ਨਾਮ ਆਏਗਾ ਫਗਵਾੜਾ। ਠੀਕ ਇਸ ਦੇ ਨੀਚੇ ਮਿਤੀ ਲਿਖਾਂਗੇ, ਮਿਤੀ ਡੇਟ। ਮਿਤੀ ਤੁਸੀਂ ਉਹੀ ਲਿਖਣੀ ਹੈ ਜਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋ, ਇੱਥੇ ਮੈਂਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਅੱਜ ਦੀ ਮਿਤੀ ਲਿਖੋਗੇ, ਠੀਕ ਹੈ। ਠੀਕ ਇਸ ਦੇ ਨੀਚੇ ਵਿਸ਼ਾ ਲਿਖਾਂਗੇ, ਵਿਸ਼ਾ ਮਤਲਬ ਸਬਜੈਕਟ, ਕਿ ਇਹ ਲੈਟਰ ਕਿਸ ਚੀਜ਼ ਨਾਲ ਰਿਲੇਟਡ ਹੈ, ਕੀ ਸਬਜੈਕਟ ਹੈ। ਤਾਂ ਇੱਥੇ ਕੀ ਸਬਜੈਕਟ ਹੈ, ਚਾਚਾ ਜੀ ਦੇ ਵਿਆਹ ਲਈ ਛੁੱਟੀ ਲੈਣ ਸੰਬੰਧੀ, ਠੀਕ ਹੈ। ਫਿਰ ਨੀਚੇ ਸੰਬੋਧਨ ਕਰਦੇ ਹੋਏ ਸ਼੍ਰੀਮਾਨ ਜੀ ਜਾਂ ਫਿਰ ਸ਼੍ਰੀਮਤੀ ਜੀ ਲਿਖਾਂਗੇ। ਇੱਥੇ ਪ੍ਰਿੰਸੀਪਲ ਸਾਹਿਬਾ ਹੈ, ਫੀਮੇਲ ਹੈ ਤਾਂ ਅਸੀਂ ਸ਼੍ਰੀਮਤੀ ਜੀ ਲਿਖਾਂਗੇ। ਜੇਕਰ ਪ੍ਰਿੰਸੀਪਲ ਸਾਹਿਬ ਹਨ ਤਾਂ ਸ਼੍ਰੀਮਾਨ ਜੀ ਲਿਖਾਂਗੇ। ਇਹ ਹੈ ਸਾਡਾ ਆਰੰਭ ਭਾਗ। ਇਹਦੇ ਕੋਲ ਕਿੰਨੇ ਸਟੈਪ ਹੁੰਦੇ ਨੇ, 1 2 3 4 5 6 7। ਤੁਸੀਂ ਇਹ 7 ਸਟੈਪਸ ਕਾਊਂਟ ਕਰਕੇ ਲਿਖਣੇ ਹਨ। ਜੇਕਰ ਇੱਕ ਵੀ ਸਟੈਪ ਰਹਿ ਗਿਆ ਤਾਂ ਇਟ ਮੀਨਸ ਕਿ ਉੱਥੇ ਤੁਸੀਂ ਗਲਤੀ ਕਰ ਰਹੇ ਹੋ, ਠੀਕ ਹੈ। ਆਰੰਭ ਭਾਗ ਦੇ ਪਹਿਲੇ 7 ਸਟੈਪ ਤੁਸੀਂ ਕਾਊਂਟ ਕਰਕੇ ਲਿਖਣੇ ਹਨ, ਠੀਕ ਹੈ। ਹੁਣ ਮੱਧ ਭਾਗ ਸ਼ੁਰੂ ਹੁੰਦਾ ਹੈ ਕਿ ਐਪਲੀਕੇਸ਼ਨ ਦਾ ਮੱਧ ਭਾਗ ਦੇ ਵਿੱਚ ਕੀ ਲਿਖਾਂਗੇ। ਸਭ ਤੋਂ ਪਹਿਲਾਂ ਸਨਿਮਰ ਬੇਨਤੀ ਹੈ ਕਿ, ਸਨਿਮਰ ਦਾ ਮੀਨਿੰਗ ਮੈਮ ਨੇ ਕੀ ਦੱਸਿਆ ਸੀ, ਪੋਲਾਈਟਲੀ, ਹੰਬਲ, ਠੀਕ ਹੈ। ਬੇਨਤੀ ਰਿਕੁਐਸਟ, ਸਨਿਮਰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਇਹ ਦੱਸੋਗੇ ਕਿ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ। ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹਾਂ। ਚੌਥੀ ਜਮਾਤ, ਜਮਾਤ ਮਤਲਬ ਕਲਾਸ, ਵਿਦਿਆਰਥੀ ਸਟੂਡੈਂਟ, ਕਿ ਮੈਂ ਆਪ ਜੀ ਦੇ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਚਾਚਾ ਜੀ ਦਾ ਵਿਆਹ 29 ਮਈ ਨੂੰ ਹੋਣਾ ਤੈਅ ਹੋਇਆ ਹੈ, ਠੀਕ ਹੈ। ਜੋ ਤੁਸੀਂ ਡੇਟ ਲਿਖ ਰਹੇ ਹੋ ਉਹ ਤੋਂ ਆਉਣ ਵਾਲੇ ਸਮੇਂ ਦਾ, ਮੰਨ ਲਓ ਤੁਸੀਂ 5 ਤਰੀਕ ਨੂੰ ਮੰਨ ਲਓ ਪੱਤਰ ਲਿਖ ਰਹੇ ਹੋ ਤਾਂ 6 ਜਾਂ 7 ਤਰੀਕ ਦਾ ਵਿਆਹ ਹੋਣਾ ਚਾਹੀਦਾ ਹੈ, ਠੀਕ ਹੈ। 29 ਮਈ ਨੂੰ ਹੋਣਾ ਤੈਅ ਹੋਇਆ ਹੈ। ਫਿਰ ਵਿਆਹ ਦੇ ਬਾਰੇ ਥੋੜਾ ਜਿਹਾ ਵੇਰਵਾ ਲਿਖੋਗੇ ਕਿ ਵਿਆਹ ਕਿੱਥੇ ਹੋਣਾ ਹੈ ਤੇ ਉੱਥੇ ਕਿਹੜੇ ਕਿਹੜੇ। ਬੇਟੇ ਚੈੱਕ ਯਰ ਮਾਈਕ।
Students, check your mic. Who is this? Wait. Arshpreet, Sukhveer Singh, check your mic, bete. ਹੁਣ ਵਿਆਹ ਦਾ ਬਾਰੇ ਥੋੜਾ ਜਿਹਾ ਵੇਰਵਾ ਲਿਖਾਂਗੇ ਕਿ ਮੇਰੇ ਚਾਚਾ ਜੀ ਦਾ ਵਿਆਹ 29 ਮਈ ਨੂੰ ਹੋਣਾ ਤੈਅ ਹੋਇਆ ਹੈ। ਵਿਆਹ ਪਟਿਆਲੇ ਹੋਣਾ ਹੈ। ਵਿਆਹ ਦੇ ਸਥਾਨ ਬਾਰੇ ਦੱਸਿਆ ਜਾ ਰਿਹਾ ਕਿ ਕਿਹੜੀ ਪਲੇਸ ਤੇ ਵਿਆਹ ਹੋਣਾ ਹੈ। ਪਟਿਆਲੇ ਹੋਣਾ ਹੈ ਅਤੇ ਮੇਰਾ ਵਿਆਹ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਸ਼ਾਮਲ ਹੋਣਾ ਯਾਨੀ ਕਿ ਮੇਰਾ ਵਿਆਹ ਅਟੈਂਡ ਕਰਨਾ ਜ਼ਰੂਰੀ ਹੈ। ਠੀਕ ਹੈ। ਮੈਨੂੰ ਘਰ ਦੇ ਕੰਮਾਂ ਵਿੱਚ ਹੱਥ ਵੀ ਵਟਾਉਣਾ ਪਵੇਗਾ। ਹੱਥ ਵਟਾਉਣਾ ਮਤਲਬ ਕੰਮ ਕਰਨ ਵਿੱਚ ਹੈਲਪ ਕਰਨੀ। ਮੈਨੂੰ ਘਰ ਦੇ ਕੰਮਾਂ ਵਿੱਚ ਹੱਥ ਵੀ ਵਟਾਉਣਾ ਪਵੇਗਾ। ਇਸ ਲਈ ਮੈਨੂੰ ਬੇਟੇ ਮਿਊਟ yourself। ਇਸ ਲਈ ਮੈਨੂੰ 4 ਦਿਨਾਂ ਦੀ ਛੁੱਟੀ ਚਾਹੀਦੀ ਹੈ। ਦੇਖੋ 22 ਡੇਟ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਤਾਂ 29 ਡੇਟ ਦਾ ਵਿਆਹ ਹੈ। ਦੇਖੋ ਪਹਿਲਾਂ ਤੁਸੀਂ ਡੇਟ ਲਿਖਣ ਦਾ ਸਮਝੋ ਕਿ ਕਿਸ ਤਰ੍ਹਾਂ ਲਿਖਣੀ ਹੈ। 22 ਦਾ ਅਸੀਂ ਪੱਤਰ ਲਿਖ ਰਹੇ ਹਾਂ। 29 ਯਾਨੀ ਕਿ ਆਉਣ ਵਾਲੇ ਡੇਜ਼ ਦੇ ਵਿੱਚ ਵਿਆਹ ਹੋਣਾ ਚਾਹੀਦਾ ਹੈ। ਠੀਕ ਹੈ। ਤੇ ਅੱਗੇ 4 ਦਿਨਾਂ ਦੀ ਛੁੱਟੀ ਦਿੱਤੀ ਗਈ ਹੈ ਤੇ ਉਹਨਾਂ 4 ਦਿਨਾਂ ਦੇ ਵਿੱਚ ਹੀ ਵਿਆਹ ਹੋਣਾ ਚਾਹੀਦਾ ਹੈ। ਠੀਕ ਹੈ। ਮੰਨ ਲਓ ਜੇ ਤਾਂ ਜਿਸ ਤਰ੍ਹਾਂ ਇੱਥੇ ਐਗਜ਼ਾਮਪਲ ਦੇ ਤੌਰ ਤੇ 29 ਦਾ ਵਿਆਹ ਲਿਖਿਆ ਹੋਇਆ ਹੈ ਤਾਂ ਕਿਰਪਾ ਕਰਕੇ ਮੈਨੂੰ 27 ਤੋਂ 30 ਮਈ ਤੱਕ ਦੇਖੋ 27 28 29 30 29 ਤਰੀਕ ਨੂੰ ਵਿਆਹ ਹੈ ਤਾਂ ਅਸੀਂ 27 28 29 30 ਇਸ ਤਰ੍ਹਾਂ ਡੇਟਸ ਮੈਂਸ਼ਨ ਕਰਨੀਆਂ ਹਨ ਛੁੱਟੀ ਲਈ। ਠੀਕ ਹੈ। ਕਿਰਪਾ ਕਰਕੇ ਮੈਨੂੰ 27 ਮਈ ਤੋਂ 30 ਮਈ ਤੱਕ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਅਤ ਧੰਨਵਾਦੀ ਹੋਵਾਂਗਾ। ਅਤ ਦੇ ਸਪੈਲਿੰਗ ਦੇਖੋ ਐੜਾ ਤੱਤੇ ਨੂੰ ਸਿਹਾਰੀ। ਬੋਲਣ ਵਿੱਚ ਇਹ ਅਤ ਹੈ ਲੇਕਿਨ ਲਿਖਣ ਵਿੱਚ ਤੱਤੇ ਨੂੰ ਸਿਹਾਰੀ ਪਾਉਣੀ ਨਹੀਂ ਭੁੱਲਣੀ। ਠੀਕ ਹੈ। ਧੰਨਵਾਦੀ ਧੱਦੇ ਦੇ ਉੱਪਰ ਟਿੱਪੀ ਧੰਨਵਾਦੀ ਹੋਵਾਂਗਾ। ਧੰਨਵਾਦੀ ਮਤਲਬ ਥੈਂਕਫੁਲ। ਤੇ ਇੱਥੇ ਸਾਡਾ ਮੱਧ ਭਾਗ ਖਤਮ ਹੁੰਦਾ ਹੈ। ਫਿਰ ਅੰਤਲਾ ਭਾਗ ਆਪ ਜੀ ਦਾ ਆਗਿਆਕਾਰੀ ਵਿਦਿਆਰਥੀ। ਫਿਰ ਆਪਣਾ ਨੇਮ ਜਮਾਤ ਇੱਥੇ ਚੌਥੀ ਤੇ ਰੋਲ ਨੰਬਰ ਮੈਂਸ਼ਨ ਕਰਨਾ ਹੈ। ਕਲੀਅਰ। ਠੀਕ ਹੈ ਬੇਟੇ। ਇੱਕ ਵਾਰ ਜਲਦੀ ਹੁਣ ਰੀਡ ਕਰਾਂਗੇ। ਸੇਵਾ ਵਿਖੇ ਪ੍ਰਿੰਸੀਪਲ ਸਾਹਿਬਾ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ। ਫਿਰ ਮਿਤੀ ਫਿਰ ਵਿਸ਼ਾ ਫਿਰ ਸੰਬੋਧਨ ਕਰਦੇ ਹੋਏ ਸ੍ਰੀਮਤੀ ਜੀ। ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹਾਂ। ਬੇਟੇ ਚੈੱਕ ਯਰ ਮਾਈਕ। ਮੇਰੇ ਚਾਚਾ ਜੀ ਦਾ ਵਿਆਹ 29 ਮਈ ਨੂੰ ਹੋਣਾ ਤੈਅ ਹੋਇਆ ਹੈ। ਵਿਆਹ ਪਟਿਆਲੇ ਹੋਣਾ ਹੈ। ਮੇਰਾ ਵਿਆਹ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਣਾ ਪਵੇਗਾ। ਇਸ ਲਈ ਮੈਨੂੰ 4 ਦਿਨਾਂ ਦੀ ਛੁੱਟੀ ਚਾਹੀਦੀ ਹੈ। ਕਿਰਪਾ ਕਰਕੇ ਮੈਨੂੰ 27 ਮਈ ਤੋਂ 30 ਮਈ ਤੱਕ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਅਤ ਧੰਨਵਾਦੀ ਹੋਵਾਂਗਾ। ਆਪ ਜੀ ਦਾ ਆਗਿਆਕਾਰੀ ਵਿਦਿਆਰਥੀ। ਨਾਮ ਜਮਾਤ ਰੋਲ ਨੰਬਰ। अर्शप्रीत कौन है बेटे? ये 4th पिंक रोल नंबर 43। बेटे चेक योर माइक। आप बार बार अपना माइक ऑन क्यों कर रहे हो? आप पूरी क्लास को डिस्टर्ब कर रहे हो। नाउ बेटे जो साडा नेक्स्ट टॉपिक है एक एक्टिविटी है। ਸਾਰੇ ਬੱਚਿਆਂ ਨੇ ਇੱਥੇ ਕੁਝ MCQ ਆਬਜੈਕਟਿਵ ਟਾਈਪ ਕੁਐਸਚਨਸ ਹੋਣਗੇ ਤੇ ਨਾਲ 3 ਆਪਸ਼ਨਸ ਦਿੱਤੇ ਹੋਏ ਨੇ। ਤੁਸੀਂ ਰੀਡ ਵੀ ਖੁਦ ਕਰੋਗੇ ਤੇ ਮੈਨੂੰ ਚੈਟ ਬਾਕਸ ਦੇ ਵਿੱਚ ਆਨਸਰ ਦਿਓਗੇ। ਠੀਕ ਹੈ।
ਕਾਵ ਸਤਰ ਪੂਰੀ ਕਰੋ। ਪੋਇਮ ਦੇ ਵਿੱਚ ਅਗੇਨ ਵਨ ਮਾਈਕ। ਬੇਟੇ ਹੁਣ ਕਿਸ ਦਾ ਮਾਈਕ ਔਨ ਹੈ? ਕਾਵ ਸਤਰ ਪੂਰੀ ਕਰੋ। ਵੀरेन नहीं, ना ऑफ है, ठीक है बेटे। ਪਤਝੜ ਵਿੱਚ ਰੁੱਖਾਂ ਤੋਂ ਸਿੱਖੋ ਜੀਵਾਂ ਦੀ ਸੇਵਾ ਕਰਨਾ, ਮਿਲਣਾ ਤੇ ਮਿਲਾਉਣਾ, ਜਾਂ ਦੁੱਖ ਵਿੱਚ ਧੀਰਜ ਧਰਨਾ। ਧੀਰਜ ਧਰਨਾ मतलब सबर करना। वेट, सही ऑप्शन की है? ਵੈਰੀ ਗੁੱਡ, ਸਾਰੇ ਬੱਚਿਆਂ ਨੇ ਬਿਲਕੁਲ ਸਹੀ ਆਨਸਰ ਦਿੱਤਾ। ਫਰਸਟ ਆਪਸ਼ਨ, ਪਤਝੜ ਵਿੱਚ ਰੁੱਖਾਂ ਤੋਂ ਸਿੱਖੋ ਦੁੱਖ ਵਿੱਚ ਧੀਰਜ ਧਰਨਾ। ਪਤਝੜ ਇੱਕ ਮੌਸਮ ਹੈ। ਇਸ ਮੌਸਮ ਦੇ ਦੌਰਾਨ ਰੁੱਖਾਂ ਦੇ ਸਾਰੇ ਪੱਤੇ ਝੜ ਜਾਂਦੇ ਹਨ, ਲੇਕਿਨ ਜੋ ਰੁੱਖ ਹਨ ਉਹ ਬਿਲਕੁਲ ਸਬਰ ਦੇ ਨਾਲ, ਸੰਤੋਖ ਦੇ ਨਾਲ, ਪੇਸ਼ੈਂਸ ਦੇ ਨਾਲ ਵੇਟ ਕਰਦੇ ਹਨ। ਠੀਕ ਹੈ, ਦੁੱਖ ਵਿੱਚ ਉਹ ਧੀਰਜ ਧਰ ਕੇ ਰੱਖਦੇ ਹਨ, ਸਬਰ ਕਰਕੇ ਰੱਖਦੇ ਹਨ ਕਿ ਕੋਈ ਗੱਲ ਨਹੀਂ, ਇਸ ਤੋਂ ਬਾਅਦ ਇੱਕ ਚੰਗਾ ਮੌਸਮ ਆਏਗਾ ਤੇ ਅਸੀਂ ਸਾਡੇ ਉੱਪਰ ਫਿਰ ਤੋਂ ਪੱਤੇ ਆ ਜਾਣਗੇ। ਠੀਕ ਹੈ, ਨਾਓ ਨੈਕਸਟ, ਸਾਰੇ ਬੱਚਿਆਂ ਨੇ ਆਪਣੇ ਰਿਸਪੌਂਸਸ ਦੇਣੇ ਹਨ। ਠੀਕ ਹੈ, ਖਾਲੀ ਥਾਂ ਭਰੋ। ਇੱਕ ਸੈਂਟੈਂਸ ਹੈ, ਉਹਦੇ ਵਿੱਚ ਇੱਕ ਬਲੈਂਕ ਦਿੱਤਾ ਹੋਇਆ ਹੈ। ਉਸ ਬਲੈਂਕ ਦੇ ਵਿੱਚ ਸਹੀ ਕਿਹੜਾ ਆਪਸ਼ਨ ਆਏਗਾ? Look at your screen. First try to read yourself. सुखबीर सिंह, माइक ऑफ करो बेटे। ਅੱਗ ਦਾ ਧੂਆਂ ਸਾਨੂੰ ਡੈਸ਼ ਨੂੰ ਛੂਣਾ ਮਤਲਬ ਟੱਚ ਕਰ ਲੈਣਾ ਸਿਖਾਉਂਦਾ ਹੈ। ਅੱਗ ਦਾ ਧੂਆਂ ਸਾਨੂੰ ਕੀ ਪ੍ਰੇਰਨਾ ਦਿੰਦਾ ਹੈ? ਇਸ ਕੁਦਰਤ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਹਨ ਜੋ ਸਾਨੂੰ ਅਲੱਗ-ਅਲੱਗ ਸਿੱਖਿਆ ਦਿੰਦੀਆਂ ਹਨ। ਅੱਗ ਦਾ ਧੂਆਂ ਸਾਨੂੰ ਕੀ ਸਿੱਖਿਆ ਦਿੰਦਾ ਹੈ? ਕਿਸ ਨੂੰ ਛੂਣਾ ਸਿਖਾਉਂਦਾ ਹੈ? ਦਰਖਤਾਂ ਨੂੰ, ਡਾਲੀਆਂ ਨੂੰ, ਜਾਂ ਉਚਾਈਆਂ ਨੂੰ? ਵੈਰੀ ਨਾਈਸ, ਸੈਕਿੰਡ ਆਪਸ਼ਨ ਬਿਲਕੁਲ ਸਹੀ ਹੈ। ਅੱਗ ਦਾ ਧੂਆਂ ਸਾਨੂੰ ਉਚਾਈਆਂ ਨੂੰ, ਹਾਈਟਸ ਨੂੰ ਛੂਣਾ ਸਿਖਾਉਂਦਾ ਹੈ। ਬੇਟੇ ਕੀਪ ਯਰ ਮਾਈਕ ਆਫ, ਗਿਵ ਆਂਸਰ ਇਨ ਚੈਟ ਬਾਕਸ ਓਨਲੀ। ਠੀਕ ਹੈ, ਅੱਗ ਦੇ ਧੂਏ ਤੋਂ ਸਾਨੂੰ ਉਚਾਈਆਂ ਨੂੰ ਛੂ ਲੈਣ ਦੀ ਪ੍ਰੇਰਨਾ ਮਿਲਦੀ ਹੈ। ਅਸੀਂ ਕਿਸ ਤੋਂ ਹੱਸਣਾ ਸਿੱਖਦੇ ਹਾਂ? ਸਾਨੂੰ ਹੱਸਣ ਦੀ ਸਿੱਖਿਆ ਕਿਸ ਤੋਂ ਮਿਲਦੀ ਹੈ ਕਿ ਅਸੀਂ ਹੱਸਦੇ ਰਹੀਏ, ਖੁਸ਼ ਰਹੀਏ। ਕੀ ਹੈ ਸਹੀ ਆਪਸ਼ਨ? ਰੀਡ yourself. ਕਿਸ ਤੋਂ ਅਸੀਂ ਹੱਸਣਾ ਸਿੱਖਦੇ ਹਾਂ? ਸਾਰੇ ਬੱਚਿਆਂ ਦਾ ਰਿਸਪੌਂਸ ਆਉਣਾ ਚਾਹੀਦਾ ਹੈ। ਮੈਮ ਕਾਊਂਟ ਕਰ ਰਹੇ ਹਾਂ ਕਿ ਕਿਸ ਕਿਸ ਨੇ ਆਂਸਰ ਨਹੀਂ ਦਿਆ। ਗੁੱਡ। ਫੁੱਲਾਂ ਤੋਂ ਤੁਸੀਂ ਹੱਸਣਾ ਸਿੱਖੋ। ਫੁੱਲਾਂ ਤੋਂ ਅਸੀਂ ਹੱਸਣਾ ਸਿੱਖਦੇ ਹਾਂ। ਫੁੱਲ ਸਾਨੂੰ ਹੱਸਦੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਨੈਕਸਟ, ਰੀਡ yourself. ਆਪਣੇ ਆਪ ਰੀਡ ਕਰੋ ਤੇ ਮੈਨੂੰ ਸਹੀ ਉੱਤਰ ਚੈਟ ਬਾਕਸ ਵਿੱਚ ਦਿਓ। ਗੁੱਡ। ਸਾਨੂੰ ਅੱਗੇ ਵਧਣ ਦੀ ਸਿੱਖਿਆ ਕਿਸ ਤੋਂ ਮਿਲਦੀ ਹੈ? ਕਿ ਅਸੀਂ ਆਪਣੀ ਲਾਈਫ ਵਿੱਚ, ਆਪਣੇ ਜੀਵਨ ਵਿੱਚ ਹਮੇਸ਼ਾ ਅੱਗੇ ਨੂੰ ਵੱਧਦੇ ਜਾਈਏ ਤੇ ਆਪਣੀ ਮੰਜ਼ਿਲ ਪ੍ਰਾਪਤ ਕਰੀਏ। ਅੱਗੇ ਵਧਣ ਦੀ ਸਿੱਖਿਆ ਕਿਸ ਤੋਂ ਮਿਲਦੀ ਹੈ? ਭੌਰਿਆਂ ਤੋਂ, ਪਾਣੀ ਤੋਂ, ਜਾਂ ਦੁੱਧ ਤੋਂ? ਬਿਲਕੁਲ ਸਹੀ, ਪਾਣੀ ਤੋਂ। ਵਗਦੇ ਪਾਣੀ ਤੋਂ ਤੁਸੀਂ ਸਿੱਖ ਲਓ ਜੀਵਨ ਵਿੱਚ ਅੱਗੇ ਵੱਧਦੇ ਜਾਣਾ। ਵਗਦੇ ਪਾਣੀ ਤੋਂ। सेकंड ऑप्शन ठीक है बच्चे। कनन 1 नहीं 2।
शुद्ध शब्द चुनो। ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕੁੱਲ 4 ਸ਼ਬਦ ਦਿੱਤੇ ਹੋਏ ਹਨ। ਇਹਨਾਂ ਵਿੱਚੋਂ ਜਿਹੜੇ ਸ਼ੁੱਧ ਸ਼ਬਦ ਹਨ, ਇੱਕੋ ਸਿੰਗਲ ਆਨਸਰ ਦੇ ਵਿੱਚ ਮੈਨੂੰ ਆਨਸਰ ਦਿਓ ਕਿ ਇਹ ਸ਼ੁੱਧ ਹਨ। ਇੱਕ ਇੱਕ ਕਰਕੇ ਨਹੀਂ ਬੱਚੇ, ਸਿੰਗਲ ਆਨਸਰ ਦੇ ਵਿੱਚ ਮੈਨੂੰ ਸਾਰੇ ਆਪਸ਼ਨਸ ਦੇ ਨੇਮ ਭੇਜੋ। ਇਸ ਤਰ੍ਹਾਂ ਨਹੀਂ ਬੇਟੇ, ਇਹਨਾਂ ਵਿੱਚੋਂ ਜੋ ਸ਼ੁੱਧ ਸ਼ਬਦ ਹਨ ਮੈਨੂੰ ਸਿੰਗਲ ਆਨਸਰ ਦੇ ਵਿੱਚ ਜਵਾਬ ਚਾਹੀਦਾ ਹੈ। ਇਹਨਾਂ 4 ਸ਼ਬਦਾਂ ਵਿੱਚੋਂ ਜਿਹੜੇ ਸ਼ਬਦ ਸ਼ੁੱਧ ਹਨ। ਓਕੇ, ਚਲੋ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਹੈ ਸੀਸ਼। ਇਹ ਅਸ਼ੁੱਧ ਹੈ ਕਿਉਂਕਿ ਸੀਸ਼ ਨਹੀਂ ਸੀਸ ਹੁੰਦਾ ਹੈ। ਠੀਕ ਹੈ, ਸੀਸ ਦੇ ਵਿੱਚ ਸੱਸੇ ਨੂੰ ਬਿਹਾਰੀ ਸੱਸਾ ਹੁੰਦਾ ਹੈ, ਸ਼ਸ਼ਾ ਨਹੀਂ ਹੁੰਦਾ। ਸ਼ਸ਼ੇ ਪੈ ਬਿੰਦੀ ਜੋ ਹੈ ਇਹ ਨਹੀਂ ਹੁੰਦਾ। ਪਹਿਲਾ ਅੱਖਰ ਸ਼ਬਦ ਜੋ ਹੈ ਉਹ ਅਸ਼ੁੱਧ ਹੈ, ਸੀਸ ਹੁੰਦਾ ਹੈ। ਸੱਸੇ ਨੂੰ ਬਿਹਾਰੀ ਸੱਸਾ, ਸੀਸ, ਸਿਰ। ਠੀਕ ਹੈ, ਦੂਸਰਾ ਸ਼ਬਦ ਹੈ ਲੋ। ਲੋ ਨਹੀਂ ਲੋ ਹੁੰਦਾ ਹੈ, ਲੱਲੇ ਨੂੰ ਕਨੌੜਾ ਪਾਇਆ ਹੈ ਜੋ ਕਿ ਗਲਤ ਹੈ। ਦੀਵੇ ਦੀ ਲੋ, ਲੱਲੇ ਨੂੰ ਹੋੜਾ ਐੜਾ, ਲੋ ਹੁੰਦਾ ਹੈ। ਦੂਸਰਾ ਸ਼ਬਦ ਵੀ ਅਸ਼ੁੱਧ ਹੈ। ਲੇਕਿਨ ਤੀਸਰਾ ਸ਼ਬਦ ਧੀਰਜ ਬਿਲਕੁਲ ਸਹੀ ਹੈ। ਧੱਦੇ ਨੂੰ ਬਿਹਾਰੀ ਰਾਰਾ ਜੱਜਾ, ਧੀਰਜ। ਧੀਰਜ ਰੱਖਣਾ, ਸਬਰ ਰੱਖਣਾ, ਸੰਤੋਖ ਰੱਖਣਾ। ਚੌਥਾ ਸ਼ਬਦ ਹੈ ਪਤਝੜ, ਬਿਲਕੁਲ ਸਹੀ ਸਪੈਲਿੰਗ ਹਨ। ਪਤਝੜ ਇੱਕ ਮੌਸਮ ਹੈ ਜਿਸ ਵਿੱਚ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ। ਇੱਥੇ 3rd ਤੇ 4th ਆਪਸ਼ਨ ਸ਼ੁੱਧ ਹਨ। ਆਪਸ਼ਨ ਨੰਬਰ 3 ਐਂਡ 4 ਆਰ ਰਾਈਟ, ਕਰੈਕਟ ਹੈ ਇਹ। ਠੀਕ ਹੈ, ਤੀਸਰਾ ਤੇ ਚੌਥਾ ਆਪਸ਼ਨ ਬਿਲਕੁਲ ਸਹੀ ਹਨ। ਇਹ ਹੈ ਸਹੀ ਆਨਸਰ। ਕੀਪ ਯਰ ਕੈਮਰਾਜ਼ ਔਨ। और सारे बच्चों ने एक्टिवली पार्टिसिपेट करना है। अगेन 4 वर्ड्स आर देयर। 4 शब्द ਤੁਹਾਨੂੰ ਸਕਰੀਨ ਦੇ ਉੱਪਰ ਦਿੱਤੇ ਹੋਏ ਹਨ। ਇਹਨਾਂ ਵਿੱਚੋਂ ਸ਼ੁੱਧ ਸ਼ਬਦ ਚੁਣੋ ਤੇ ਮੈਨੂੰ ਸਿੰਗਲ ਆਨਸਰ ਦੇ ਵਿੱਚ। ਬੇਟੇ ਕੀਪ ਯਰ ਮਾਈਕ ਆਫ। ਜਗਰੀਤ, ਜਗਰੀਤ ਚੈੱਕ ਯਰ ਮਾਈਕ। शुद्ध शब्द चुनो। सही स्पैलिंग केड़े हैं? चैट बॉक्स विच उत्तर दिओ। शुद्ध शब्द केड़ा है? सांजदीप कैमरा ऑन करो बेटे। चलो, सब तो पहले नंबर ते है, ਜਦੋਂ ਅਸੀਂ ਸਵਰਗ ਲਿਖਦੇ ਹਾਂ ਤਾਂ ਬੱਬਾ ਨਹੀਂ ਵਾਵਾ ਆਉਂਦਾ ਹੈ। ਸੱਸਾ ਵਾਵਾ ਰਾਰਾ ਗੱਗਾ ਸਵਰਗ ਹੁੰਦਾ ਹੈ। ਸਵਰਗ ਗਲਤ ਹੈ, ਅਸ਼ੁੱਧ ਹੈ। ਦੂਸਰੇ ਨੰਬਰ ਤੇ ਡਾਲੀਆਂ ਬਿਲਕੁਲ ਸ਼ੁੱਧ ਸ਼ਬਦ, ਸੈਕੰਡ ਆਪਸ਼ਨ ਸਹੀ ਹੈ। ਤੀਸਰੇ ਨੰਬਰ ਤੇ ਹੈ ਹੱਸਣਾ। ਜਦੋਂ ਅਸੀਂ ਹੱਸਣਾ ਲਿਖਦੇ ਹਾਂ ਤਾਂ ਹਾਹੇ ਉੱਪਰ ਅੱਧਕ ਆਉਂਦੀ ਹੈ, ਹੱਸਣਾ। ਅਸੀਂ ਸਟ੍ਰੈਸ ਦੇ ਕੇ ਬੋਲਦੇ ਹਾਂ। ਠੀਕ ਹੈ, ਹੱਸਣਾ ਵੀ ਅਸ਼ੁੱਧ ਹੈ ਕਿਉਂਕਿ ਹਾਹੇ ਉੱਪਰ ਅੱਧਕ ਪਾਉਣੀ ਭੁੱਲ ਗਏ ਹਾਂ ਇੱਥੇ। ਚੌਥਾ ਸ਼ਬਦ ਹੈ ਪਾਣੀ। ਪੰਜਾਬੀ ਵਿੱਚ ਪਾਣੀ ਹੁੰਦਾ ਹੈ, ਨੰਨਾ ਨਹੀਂ ਣਾਣਾ ਆਉਂਦਾ ਹੈ। ਪਾਣੀ ਹਿੰਦੀ ਵਿੱਚ ਹੁੰਦਾ ਹੈ, ਪੰਜਾਬੀ ਵਿੱਚ ਅਸੀਂ ਪਾਣੀ ਕਹਿੰਦੇ ਹਾਂ। ਪੱਪੇ ਨੂੰ ਕੰਨਾ, ਨਾਣੇ ਨੂੰ ਬਿਹਾਰੀ ਪਾਣੀ। ਤੇ ਇੱਥੇ ਸਿਰਫ ਇੱਕ ਸ਼ਬਦ ਸਹੀ ਹੈ, ਸ਼ੁੱਧ ਹੈ, ਨੰਬਰ 2 ਡਾਲੀਆਂ। ਸਵਰਗ, ਹੱਸਣਾ, ਪਾਣੀ ਇਹ ਸਾਰੇ ਅਸ਼ੁੱਧ ਲਿਖੇ ਹੋਏ ਹਨ। ਠੀਕ ਹੈ, ਧੀਰਜ ਸ਼ਬਦ ਦਾ ਕੀ ਅਰਥ ਹੈ? ਅਸੀਂ ਕਵਿਤਾ ਦੇ ਵਿੱਚ ਧੀਰਜ ਸ਼ਬਦ ਪੜ੍ਹਿਆ, ਸ਼ਬਦ ਅਰਥਾਂ ਵਿੱਚ ਵੀ ਇਹ ਦਿੱਤਾ ਹੋਇਆ ਹੈ। ਧੀਰਜ ਸ਼ਬਦ ਦਾ ਕੀ ਅਰਥ ਹੈ? ਪਤਝੜ ਵਿੱਚ ਤੁਸੀਂ ਸਿੱਖ ਲਓ ਰੁੱਖਾਂ ਤੋਂ ਦੁੱਖ ਵਿੱਚ ਧੀਰਜ ਧਰਨਾ। ਧੀਰਜ ਸ਼ਬਦ ਦਾ ਕੀ ਅਰਥ ਹੈ?
फर्स्ट नंबर ते दिता होया है सबर, बिल्कुल सही। दूसरे नंबर ते लिखिया होया है संतोख, संतोख भी सही है, संतोख भी पेशेंस नूं ही कहंदे हन। थर्ड ऑप्शन है उपरोक्त दोनों, उपरोक्त मतलब उपरले दोनों सही हैं, ठीक है। इट मीन्स इत्थे थर्ड ऑप्शन सही है, क्योंकि थर्ड ऑप्शन का मतलब है अबव बोथ, कि उपरले दोनों ऑप्शन सही हैं, ठीक है। इत्थे राइट ऑप्शन की होया 3, ठीक है, क्योंकि थर्ड ऑप्शन दे विच की दस्या होया है कि उपरले दोनों सबर भी ते संतोख भी दोनों धीरज शब्द दे अर्थ हैं, ठीक है। इत्थे सही आंसर है नंबर 3। लो शब्द का की अर्थ है? लो शब्द का की अर्थ है? दीवे दी लो तो सिखो हनेरा दूर भजाउणा। फर्स्ट नंबर ते लेना नहीं, लो ये भी नहीं। तीसरा ऑप्शन है रोशनी, बिल्कुल सही, थर्ड ऑप्शन इज राइट। लो शब्द का अर्थ है रोशनी। सीस शब्द का की अर्थ है? सीस की हुंदा है? सीस, सीस शब्द का अर्थ दसो। रुखां दियां निक्कियां डालियां तो तुसी सिखो सीस झुकाउणा। रुखां दियां निक्कियां डालियां तो तुसी सिखो सीस झुकाउणा। सीस शीशा बिल्कुल नहीं, मन ये भी नहीं, सीस हुंदा है सिर, ठीक है। ਸੀਸ ਦਾ ਮਤਲਬ ਹੁੰਦਾ ਹੈ ਸਿਰ। ਅਸੀਂ ਰੁੱਖਾਂ ਦੀਆਂ ਨਿੱਕੀਆਂ ਨਿੱਕੀਆਂ ਟਹਿਣੀਆਂ ਤੋਂ, ਉਹ ਨਰਮ ਨਰਮ ਡਾਲੀਆਂ ਤੋਂ ਸਿਰ ਨੂੰ ਝੁਕਾਉਣ ਦੀ ਸਿੱਖਿਆ ਲੈਂਦੇ ਹਾਂ, ਕਿ ਸਾਨੂੰ ਆਪਣੇ ਸਿਰ ਨੂੰ ਹਮੇਸ਼ਾ ਝੁਕਾ ਕੇ ਰੱਖਣਾ ਚਾਹੀਦਾ ਹੈ, ਕਦੇ ਵੀ ਹੰਕਾਰ ਦੇ ਨਾਲ ਆਪਣਾ ਸਿਰ ਉੱਚਾ ਨਹੀਂ ਕਰਨਾ ਚਾਹੀਦਾ, ਠੀਕ ਹੈ। ਬਲਕਿ ਸਾਡੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ, ਸੌਫਟਨੈਸ ਹੋਣੀ ਚਾਹੀਦੀ ਹੈ, ਤੇ ਸਾਨੂੰ ਆਪਣਾ ਸੀਸ ਸਿਰ ਝੁਕਾਉਣਾ ਚਾਹੀਦਾ ਹੈ, ਠੀਕ ਹੈ। ਹੰਕਾਰ ਦੇ ਨਾਲ ਇਸ ਨੂੰ ਉੱਚਾ ਨਹੀਂ ਕਰਨਾ ਚਾਹੀਦਾ। ਸਹੀ ਗਲਤ ਦੱਸੋ, ਰਾਈਟ ਰੋਂਗ, ਟਰੂ ਫਾਲਸ। ਟਰੂ ਫਾਲਸ ਦਿੱਤਾ ਹੋਇਆ ਵਾਕ ਰੀਡ ਕਰੋ। ਇਹ ਸਹੀ ਹੈ ਤਾਂ ਆਪਸ਼ਨ ਨੰਬਰ 1 ਹੋਏਗਾ, ਜੇਕਰ ਇਹ ਗਲਤ ਹੈ ਤਾਂ ਦੂਸਰਾ ਆਪਸ਼ਨ ਹੋਏਗਾ। ਵੇਲਾਂ ਤੋਂ ਅਸੀਂ ਸੀਸ ਝੁਕਾਉਣਾ ਸਿੱਖਦੇ ਹਾਂ, ਬਿਲਕੁਲ ਸਹੀ, ਗਲਤ ਹੈ ਇਹ ਵਾਕ, ਕਿਉਂਕਿ ਸੀਸ ਝੁਕਾਉਣਾ ਅਸੀਂ ਡਾਲੀਆਂ ਤੋਂ ਸਿੱਖਦੇ ਹਾਂ। ਬੇਟੇ ਚੈੱਕ ਯਰ ਮਾਈਕ। ਵੇਲਾਂ ਤੋਂ ਅਸੀਂ ਸਭ ਨੂੰ ਗਲੇ ਲਗਾਉਣਾ, ਜਿਵੇਂ ਵੇਲਾਂ ਦਰਖਤਾਂ ਦੇ ਨਾਲ ਲਿਪਟ ਕੇ ਉੱਪਰ ਨੂੰ ਜਾਂਦੀਆਂ ਹਨ, ਵੱਧਦੀਆਂ ਹਨ, ਤਾਂ ਵੇਲਾਂ ਤੋਂ ਅਸੀਂ ਸਭ ਨੂੰ ਗਲੇ ਲਗਾਉਣਾ ਸਿੱਖਦੇ ਹਾਂ, ਤੇ ਨਿੱਕੀਆਂ ਟਹਿਣੀਆਂ ਤੋਂ ਅਸੀਂ ਸੀਸ ਝੁਕਾਉਣਾ ਸਿੱਖਦੇ ਹਾਂ। ਇਸ ਹਿਸਾਬ ਨਾਲ ਇਹ ਵਾਕ ਗਲਤ ਹੈ, ਆਪਸ਼ਨ ਨੰਬਰ 2। ਸਾਧ ਸ਼ਬਦ ਦਾ ਇਸਤਰੀ ਲਿੰਗ ਦੱਸੋ। PT1 ਦੇ ਸਿਲੇਬਸ ਦੇ ਵਿੱਚ ਜੋ ਅਸੀਂ ਲਿੰਗ ਬਦਲੋ ਰੀਡ ਕੀਤੇ ਹਨ, ਉਹਦੇ ਵਿੱਚ ਸ਼ਬਦ ਆਇਆ ਸੀ ਸਾਧ। ਸਾਧ ਹੁੰਦਾ ਹੈ ਸਾਧੂ, ਠੀਕ ਹੈ। ਪਹਿਲਾ ਆਪਸ਼ਨ ਦਿੱਤਾ ਗਿਆ ਹੈ ਸਾਧਨੀ, ਗਲਤ। दूसरा है सदनी, ये भी गलत है। तीसरा ऑप्शन साधनी, बिल्कुल सही, थर्ड ऑप्शन इज राइट। सस्से नु कन्ना, धद्दा, राणे नु बिहारी,
साधनी बिल्कुल सही है, थर्ड ऑप्शन इज राइट। सारे ऑप्शंस बच्चे, सारे बच्चों के रिस्पॉन्सेस मैम को आने चाहिए हैं। नाउ नेक्स्ट स्लाइड, अपने आप रीड करो ते चैट बॉक्स विच उत्तर दियो। बेटे ये माइक किद्दां ऑन हो जाता है, मैनू समझ नहीं आती। रोगी शब्द का स्त्रीलिंग दसो की हुंदा है। थर्ड है रोगन, गलत। सेकंड ऑप्शन रोगन, ये भी गलत। लेकिन जो पहला ऑप्शन है, ध्यान नाल देखो, रारे नु होड़ा गग्गा नाना रोगन, ये सही है। ठीक है, रारे नु होड़ा गग्गा नाना रोगन। रोगी वो व्यक्ति, वो पुरख जिसनों कोई रोग लग गया है। ठीक है, रोगन वो स्त्री, वो औरत जिसनों कोई रोग लग गया है, कोई बीमारी लग गई है। ठीक है, रोगी रोगन, राणी दे नाल, गग्गे नाल नहीं। ठीक है, सेकंड ऑप्शन इज राइट। इत्थे एक शब्द लिखिया होया है, इसनों पढ़ो ते इसदा पुल्लिंग दसना है। ठीक है, नर की हुंदा है। तरखाणी, तरखाणी वुड कटर दे घर वाली। ठीक है, वुड कटर दी पत्नी नू तरखाणी कहा जाता है। तरखाणी शब्द का पुल्लिंग दसो। फर्स्ट ऑप्शन है तरखान। रह गया। प्लीज चेक योर माइक। तरखान दी तरखानी, तरखानी दा तरखान। तरखान, थर्ड ऑप्शन इज राइट। पेरेंट्स प्लीज चेक योर माइक। अंगद सिंह संधू, चेक योर माइक बेटे। माइक चेक करो, माइक में। यस प्लीज, थोड़ी आवाज सारे बच्चों तक जाती है तो अपना माइक चेक कर रखो। तीसरा ऑप्शन है तरखान, बिल्कुल सही है। नेक्स्ट, धोबी शब्द का स्त्रीलिंग दसो। बेटे सारे शब्दों को ध्यान नाल देखना है, क्योंकि एक हल्का जिहा चेंज किया हुआ है सारे ऑप्शन विच। जे तुसी एक भी शब्द नूं ध्यान नाल नहीं देखिया, हो सकता है तुहाडा आंसर रॉन्ग होवे। धोबी दा बिल्कुल सही, थर्ड ऑप्शन धोबन, तद्दे नूं होड़ा बब्बा नाना, धोबन, नन्ने नाल नहीं नाणे दे नाल। थर्ड ऑप्शन बिल्कुल सही है, धोबी धोबन, नाणे दे नाल। नेक्स्ट, बुढ़ा शब्द का स्त्रीलिंग। बच्चे पंजाबी टाइप करने की कोशिश हाले ना करो, बिकॉज टाइम हाले तुसी बहुत छोटे हो। ठीक है, लिख के प्रैक्टिस करया करो। जस्ट 1 2 3 मैनू ऑप्शन ही दस दियो। ठीक है, चैट बॉक्स के विच कि सही ऑप्शन केड़ा है। बुढ़ा शब्द का स्त्रीलिंग देखो, सारे ऑप्शंस विच लिखिया था बुढ़ी है, लेकिन सही स्पेलिंग, शुद्ध रूप केड़ा है। सेकंड ऑप्शन, बब्बे नूं औंकड़ उपर अदक ढड्डा। कई बच्चे डड्डा पा देंगे हैं, जो कि गलत है। तो असीं स्ट्रैस दे के कह रहे हैं ढड्डा, ढड्डे नूं बिहारी। ठीक है, बुढ़ी। क्लीयर, गलत जोड़ा लभो। इत्थे पुल्लिंग ते स्त्रीलिंग दे जोड़े दिते हुए हैं, बाकी सारे जोड़े सही हैं, लेकिन एक जोड़ा जो है वो गलत है। इन्हां विचों जो गलत जोड़ा है, चेक करो किहड़ा जोड़ा गलत है। पुलकित वत्स, चेक योर माइक।
3 4 ਜੋੜੇ ਦਿੱਤੇ ਹੋਏ ਹਨ, ਇਹਨਾਂ ਵਿੱਚੋਂ ਇੱਕ ਜੋੜਾ ਗਲਤ ਹੈ। ਦੇਖੋ ਕਿਹੜਾ ਗਲਤ ਜੋੜਾ ਹੈ। ਪਹਿਲੇ ਨੰਬਰ ਤੇ ਲਿਖਿਆ ਹੋਇਆ ਹੈ ਪਹਾੜ, ਪਹਾੜੀ, ਬਿਲਕੁਲ ਸਹੀ ਸਪੈਲਿੰਗ ਹਨ, ਸ਼ੁੱਧ ਰੂਪ ਹੈ। ਚੌਥੇ ਨੰਬਰ ਤੇ ਹੈ ਭੰਗੀ ਭੰਗਣ, ਬਿਲਕੁਲ ਸਹੀ। ਤੀਸਰੇ ਨੰਬਰ ਤੇ ਹੈ ਜੇਠ ਜੇਠਾਣੀ, ਜੇਠ ਜੇਠਾਣੀ। ਹਰਸ਼ਿਤ ਰਣदेव, चेक योर माइक। हर्षित रणदेव, जेठ जेठानी भी बिल्कुल सही है, लेकिन सेकंड नंबर शेर दा शेरनी हुंदा है, शेरनी नन्ने दे नाल, लेकिन स्क्रीन दे उत्ते जो लिखिया होया है वो नाणे दे नाल है, शेरनी। शेरनी नहीं हुंदा, नाना नहीं हुंदा, नन्ना हुंदा है। ठीक है, सो ए रॉन्ग है, सेकंड ऑप्शन इज रॉन्ग। एक हल्का जिहा चेंज करके उसनूं अशुद्ध कर दिता जाता है। सो सारे बच्चों ने स्पैलिंग ध्यान नाल देखने हैं। ओके, दया मैम, स्टॉप रिकॉर्डिंग नाउ।